ਸਤਿ ਸ਼੍ਰੀ ਅਕਾਲ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਬਿਜਲੀ ਸੰਕਟ ਨੂੰ ਲੈ ਕੇ ਕਰਾਂਗੇ। ਦੱਸ ਦਈਏ ਕਿ ਸੂਬੇ ਦੇ ਵਿੱਚ ਹੋਰ ਗਹਿਰਾਉਂਦਾ ਹੋਇਆ ਨਜ਼ਰ ਆਇਆ ਬਿਜਲੀ ਸੰਕਟ। ਰਾਹਤ ਦੀ ਥਾਂ ਤੇ ਹੋਰ ਆਫਤ ਨਜ਼ਰ ਆ ਰਹੀ ਹੈ। ਲਹਿਰਾ ਮੁਹੱਬਤ ਪਲਾਂਟ ਦੇ 2 ਯੂਨਿਟ ਬੰਦ ਹੋ ਗਏ ਨੇ ਕੋਲੇ ਦੀ ਘਾਟ ਕਰਕੇ। 4 ਦੇ ਵਿੱਚੋਂ 2 ਯੂਨਿਟ ਬੰਦ ਹੋਏ ਨੇ। ਬਾਕੀ 2 ਯੂਨਿਟ ਦੇ ਲਈ ਸਿਰਫ 4 ਦਿਨ ਦਾ ਹੀ ਕੋਲਾ ਬਚਿਆ। ਹਾਲਾਂਕਿ ਦੱਸ ਦਈਏ ਕਿ ਸਾਰੇ ਥਰਮਲ ਪਲਾਂਟਾਂ ਦੇ ਵਿੱਚ ਸਾਰੇ ਯੂਨਿਟ ਕੰਮ ਨਹੀਂ ਕਰ ਰਹੇ। ਵੱਖ-ਵੱਖ ਥਾਵਾਂ ਤੇ ਜਿਹੜੀ ਹੈ ਕਰੀਬ ਅੱਧੇ ਤੋਂ ਵੀ ਘੱਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਯਾਨੀ ਕਿ ਯੂਨਿਟ ਜੇਕਰ 4 ਨੇ ਤਾਂ ਉਸ ਦੇ ਵਿੱਚੋਂ 2 ਬੰਦ ਪਏ ਨੇ ਤੇ 2 ਕੰਮ ਕਰ ਰਹੇ ਨੇ। ਐਵਰੇਜ ਦੀ ਗੱਲ ਕੀਤੀ ਜਾਵੇ ਜੇਕਰ ਸਾਰੇ ਥਰਮਲ ਪਲਾਂਟਾਂ ਦੀ, ਸੋ ਹੁਣ ਗੱਲ ਕਰ ਰਹੇ ਹਾਂ ਲਹਿਰਾ ਮੁਹੱਬਤ ਪਲਾਂਟ ਜਿਸ ਦੇ ਕਿ 2 ਯੂਨਿਟ ਬੰਦ ਹੋਏ ਨੇ ਔਰ ਕੋਲੇ ਦੀ ਘਾਟ ਕਰਕੇ ਹੀ ਇਹ ਸਾਰੇ ਯੂਨਿਟ ਜਿਹੜੇ ਨੇ ਬੰਦ ਕੀਤੇ ਜਾ ਰਹੇ ਨੇ, ਕਿਉਂਕਿ ਕੋਲਾ ਇੰਨਾ ਪੂਰਤੀ ਉਸ ਦੀ ਨਹੀਂ ਹੋ ਪਾ ਰਹੀ ਤਾਂ ਕਿ ਸਾਰੇ ਹੀ ਯੂਨਿਟ ਚਲਾਏ ਜਾ ਸਕਣ। ਔਰ ਇਸੇ ਕਰਕੇ ਦੱਸ ਦਈਏ ਕਿ ਲਗਾਤਾਰ ਬਿਜਲੀ ਸੰਕਟ ਗਰਮਾਇਆ ਹੋਇਆ। ਹਾਲਾਂਕਿ ਪੀਐਸਪੀਸੀਐਲ ਦਾ ਦਾਵਾ ਸੀਗਾ ਕਿ 15 ਅਕਤੂਬਰ ਤੱਕ ਸਾਰਾ ਕੁਝ ਠੀਕ ਕਰ ਲਿਆ ਜਾਵੇਗਾ, ਲਗਭਗ ਸਾਰੀ ਪੂਰਤੀ ਹੋ ਜਾਵੇਗੀ, ਪਰ ਉਹ ਕੁਝ ਤਸਵੀਰ ਅਜਿਹੀ ਨਜ਼ਰ ਨਹੀਂ ਆ ਰਹੀ ਕਿਉਂਕਿ ਅਜੇ ਤੱਕ ਜਿਹੜਾ ਸਥਿਤੀ ਜਿਹੜੀ ਹੈ ਉਹ ਖਰਾਬ ਹੀ ਹੈ। ਕੱਲ ਨੂੰ 15 ਅਕਤੂਬਰ ਹੈਗੀ ਔਰ ਫੋਨ ਲਾਈਨ ਤੇ ਨੇ ਸਾਡੇ ਨਾਲ ਸੂਰਜਪਾਨ ਪੱਤਰਕਾਰ। सूरज की कुछ जानकारी है जेकर इस 2 यूनिटां बंद होने की गल की जाए? देखो जे मुहब्बत लहरे थर्मल प्लांट की गल की जाए तो टोटल इतने 4 यूनिट ने, 4 ਦੇ ਵਿੱਚੋਂ एक पहला बंद सी ते एक अज बंद हो गया। कह सकते हैं कि 2 यूनिट फिलहाल चल रहे हैं। जे कोयले की गल की जाए तो अगर 2 यूनिट कंटिन्यू चलते हैं तो सिर्फ 4 दिनों का कोयला बाकी है, क्योंकि एक यूनिट पहला बंद होंदा, एक अज बंद होंदा, तां करके किते ना किते जाके आने वाले टाइम दे विच बिजली संकट बहुत ज्यादा हो सकता है। नाल लगदी गल कीती जावे तलवंडी दी, तलवंडी दे विच 3 यूनिट लगे हुए ने, उन्हां दे एक यूनिट पहला बंद सी, एक फेर अज दोबारे बंद होंदा है ते तलवंडी दे विच सिर्फ 1 यूनिट चल रहा है, तां करके दोने जिहड़े थर्मल ने उन्हां दे विच लगातार जिहड़े यूनिट है बंद हो रहे ने। जी, सो बहुत-बहुत शुक्रिया सूरज तमाम जानकारी के लिए। जिवें जानकारी मिली है कि आखिरकार 2 यूनिट बंद हो चुके हैं और बाकी 2 ਜਿਹੜੇ ਨੇ ਉਹ ਚੱਲ ਰਹੇ ਨੇ और ਕੋਲਾ ਉਸ ਦੇ ਲਈ ਵੀ ਸਿਰਫ 4 ਦਿਨ ਦਾ ਬਾਕੀ ਹੈ। ਸਵਾਲ ਕਿਤੇ ਵੱਡੇ ਨੇ ਕਦੋਂ ਇਹ ਪੂਰਤੀ ਹੋਵੇਗੀ? ਅੱਗੇ ਵਧਾਂਗੇ ਤੇ ਲਖੀਮਪੁਰ ਕਾਂਡ ਦੀ ਗੱਲ ਕਰਾਂਗੇ। ਆਸ਼ੀਸ਼ ਮਿਸ਼ਰਾ ਨੂੰ ਕ੍ਰਾਈਮ ਸੀਨ ਤੇ ਲੈ ਕੇ ਗਈ ਹੈ ਯੂਪੀ ਪੁਲਿਸ ਤਾਂ ਕਿ ਪੂਰੀ ਇਨਵੈਸਟੀਗੇਸ਼ਨ ਹੋ ਸਕੇ ਔਰ ਮੌਕੇ ਤੇ ਲਿਜਾ ਕੇ ਸਾਰੀ ਪੁੱਛਗਿੱਛ ਕੀਤੀ ਜਾ ਸਕੇ ਕਿ ਕਿਵੇਂ ਉਹ ਮੌਕਾ ਸੀ ਔਰ ਕੀ ਕੁਝ ਇੱਥੇ ਵਾਪਰਿਆ ਸੀ। ਆਸ਼ੀਸ਼ ਮਿਸ਼ਰਾ ਅੰਕਿਤ ਦਾਸ ਤੇ ਡਰਾਈਵਰ ਨੂੰ ਸਿੱਟ ਲੈ ਕੇ ਗਈ ਹੈ। ਲਖੀਮਪੁਰ ਕਾਂਡ ਦੇ ਸਾਰੇ ਹੀ ਮੁਲਜ਼ਮਾਂ ਦੇ ਨਾਲ ਕ੍ਰਾਈਮ ਸੀਨ ਦਾ ਦੌਰਾ ਕੀਤਾ ਗਿਆ। ਪੁਲਿਸ ਦੇ ਵੱਲੋਂ ਕ੍ਰਾਈਮ ਸੀਨ ਦਾ ਰੀਕ੍ਰੀਏਸ਼ਨ ਕੀਤਾ ਗਿਆ। ਸਾਰੀ ਉੱਥੇ ਮੌਕੇ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਕਿ ਆਖਿਰਕਾਰ ਕੀ ਉਸ ਸਮੇਂ ਵਾਪਰਿਆ ਸੀ, ਕਿਉਂਕਿ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ ਕੁਝ ਸਕਿੰਟਾਂ ਦੀਆਂ ਵੀਡੀਓ ਹੈਗੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਗੱਡੀ ਆਉਂਦੀ ਹੈ। ਤਸਵੀਰਾਂ ਤੁਹਾਨੂੰ ਇਹ ਵਿਖਾ ਪਾ ਰਹੇ ਹਾਂ ਜਦੋਂ ਅੱਜ ਘਟਨਾ ਸਥਾਨ ਤੇ ਲੈ ਕੇ ਗਈ ਹੈ ਪੁਲਿਸ। ਖਾਸ ਤੌਰ ਤੇ ਉਹਨਾਂ ਨੂੰ ਮੌਕੇ ਤੇ ਤਾਂ ਕਰਕੇ ਲਿਜਾਇਆ ਗਿਆ ਕਿਉਂਕਿ ਇਹ ਹਿੱਸਾ ਹੈਗਾ ਇਨਵੈਸਟੀਗੇਸ਼ਨ ਦਾ। ਮੌਕੇ ਤੇ ਲਿਜਾ ਕੇ ਪੁੱਛਿਆ ਜਾਵੇ ਕਿ ਕਿੱਥੋਂ ਇਹ ਗੱਡੀ ਗੁਜ਼ਰੀ ਸੀ ਔਰ ਕਿੱਥੋਂ ਤੁਸੀਂ ਕੀ ਕੁਝ ਸਥਿਤੀਆਂ ਸੀ ਤਾਂ ਕਿ ਸਾਰਾ ਕੁਝ ਬਿਆਨ ਹੋ ਸਕੇ। ਹਾਲਾਂਕਿ ਇਸ ਦੇ ਜਵਾਬ ਕੀ ਦਿੱਤੇ ਜਾਂਦੇ ਨੇ ਸਭ ਤੋਂ ਵੱਡਾ ਸਵਾਲ ਹੈ, ਪਰ ਫਿਲਹਾਲ ਇਹ ਜ਼ਰੂਰ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਪੁਲਿਸ ਲੈ ਕੇ ਗਈ ਹੈ। ਆਸ਼ੀਸ਼ ਮਿਸ਼ਰਾ, ਅੰਕਿਤ ਦਾਸ ਤੇ ਉਸਦੇ ਡਰਾਈਵਰ ਲਤੀਫ ਨੂੰ ਘਟਨਾ ਵਾਲੀ ਥਾਂ ਤੇ ਲਿਜਾ ਕੇ ਪੁੱਛਗਿੱਛ ਕੀਤੀ ਗਈ ਹੈ। ਦੱਸ ਦਈਏ ਕਿ 3 ਅਕਤੂਬਰ ਨੂੰ ਲਖੀਮਪੁਰ ਦੇ ਤਿਕੋਣਿਆ ਇਲਾਕੇ ਦੇ ਵਿੱਚ ਇਹ ਜਿਹੜੀ ਘਟਨਾ ਹੈ ਉਹ ਵਾਪਰੀ ਸੀ। ये एक बड़ी राहत की खबर है और यही कारण है कि आपने देखा कि जब वो क्राइम सीन के लिए आशीष मिश्रा यहाँ पर पहुंचा तो उसके चेहरे पे किसी भी तरह की शिकन नहीं थी और उसके जो वकील हैं, वकीलों का एक पूरा पैनल भी लगातार आशीष मिश्रा के साथ मौजूद है। और हमने जब बात की उनके वकील अवधेश सिंह से तो उनका भी साफ कहना था कि आशीष मिश्रा घटनास्थल के घटना जब हुई तब वो मौके पर मौजूद नहीं था, तो ऐसे में उन पर कोई मामला नहीं बनता। रहा बात ये कह सकता है कि 120B का साजिश रचने का आरोप लग सकता है, लेकिन वो भी उसके भी प्रमाण एसआईटी के पास नहीं है। अंकित दास ने, क्योंकि एसआईटी के दौरान पूछताछ में भी जो जांच हुई है उसमें ये स्वीकार किया है कि वो घटनास्थल पर मौजूद थे, लेकिन जो फायरिंग की गई है वो उसके गनर ने की है और जो गाड़ी चढ़ाई है उसके ड्राइवर ने चढ़ाई है। तो ये मात्र एक एक्सीडेंट का मामला है और इससे ज़्यादा कुछ नहीं है, लेकिन क्योंकि 9 लोगों की मौत हुई है तो इसीलिए पुलिस इस पूरे मामले की जाँच कर रही है और हम उसमें सहयोग कर रहे हैं। तो फिलहाल ये सच भी है कि अब तक की जो जाँच और साक्ष्य और सबूत मिले
तस्वीरें हैं एसआईटी के पास, उससे आशीष मिश्रा के मौके पर मौजूदगी की कोई प्रमाणिक आधार नहीं मिला है। और यही कारण है कि एक बार पूरी एसआईटी की टीम डीआईजी उपेंद्र अग्रवाल की अध्यक्षता में आईपीएस सुनील कुमार सिंह समेत तमाम अफसर यहां पर पहुंचे हैं। वो क्राइम सीन रिक्रिएट कर रहे हैं और तमाम जो छूटे साक्ष्य और सबूत है उनको इकट्ठा करने की कोशिश कर रहे हैं, ताकि वो ये पता लगा सकें कि आखिर ये घटना कब और कैसे हुई और कौन कौन लोग मौजूद थे और इस घटना का जिम्मेदार कौन है। सो बिल्कुल, और हकीकू जो है रिपोर्टर और ग्राउंड तो साढ़े तक जानकारी आ रही है। फोन लाइन ते साढ़े नाल अजीत सिंह मौजूद ने, ज्यादा जानकारी। जी अजीत, क्या कुछ जानकारी? हालांकि पहले ही चर्चा में आपने कहा था कि घटनास्थल पर लेके जाया जाएगा, लेकिन आज जो इन्वेस्टिगेशन में ये तथ्य निकल के सामने आए हैं, क्या कुछ इस मामले में हुआ है? देखिए, बिल्कुल गुरजोत, जो डीआईजी उपेंद्र अग्रवाल हैं जो इस पूरे मामले को लीड कर रहे हैं, वो 8 से 9 सालों तक सीबीआई में रहे। उनके काम करने का तरीका बिल्कुल अलग है। और 3 अक्टूबर को 3 बजे तुकुनिया में जो हिंसा हुई थी, जिसमें 8 लोग मारे गए थे, 4 की पीट कर मौत हुई थी और 4 की घसीटने से मौत हुई थी। अब एसआईटी ने आशीष मिश्रा, अंकित दास और उनके ड्राइवर लतीफ और शेखर सबको आमने सामने बिठाकर पूछताछ किया और इसके बाद आज घटनास्थल का रिक्रिएशन कराया। यानी एसआईटी एक एक बिंदु की जांच करना चाहती है। और सबसे बड़ी बात की, घटना के वक्त 2:36 से 3:40 पर आशीष मिश्रा कहाँ था, इस बात का सबूत आशीष मिश्रा नहीं दे पाए। हालांकि उनके अधिवक्ताओं की तरफ से जरूर कहा जा रहा है कि एसआईटी के पास भी इस बात का कोई पुख्ता प्रूफ नहीं है कि आशीष मिश्रा घटना में शामिल थे। तो दूसरी तरफ आशीष मिश्रा के पास भी अपनी बेगुनाही का सबूत नहीं, उस वक्त का प्रमाण वो नहीं दे पाए। हालांकि जो राइस मिल है, पेट्रोल पंप है, 18 सीसीटीवी फुटेज है, इसके अलावा जो 150 फोटोज दिया गया है, उदय सिंह जो आशीष मिश्रा के अधिवक्ता है, वीडियोज दिए गए हैं, उन सब की जांच की जा रही। सभी चीजों को फोरेंसिक जांच के लिए भेजा गया। तो अभी भी एसआईटी इसमें लंबा चौड़ा वक्त लेगी और जांच को एक एक करके आगे बढ़ा रही है। अभी अगर बात करें तो सुमित जायसवाल एक शख्स है जो अभी पुलिस की पकड़ से दूर है, जिसने एफआईआर कराया था। 15 अज्ञात किसानों के खिलाफ हत्या का मुकदमा दर्ज हुआ था। तो अभी सुमित जायसवाल की भी बरामदगी बाकी है, क्योंकि सुमित जायसवाल घटना के वक्त था और उसके वीडियोज भी वायरल हुए गाड़ी से कूदकर भागते हुए। और जो गोली चली है किसकी राइफल से चली है, राइफल का लाइसेंस आशीष मिश्रा के पास है। और ये बार बार अंकित दास की तरफ से और जो और लोग हैं, कहा जा रहा है कि आशीष मिश्रा नहीं थे। लेकिन अगर आशीष मिश्रा नहीं थे तो उनके गनर की तरफ से गोली चलाई गई जो अंकित दास कह रहे हैं, तो वो राइफल किसकी थी। तो अभी ये सब साबित करना बाकी है और एसआईटी धीरे धीरे करके इस मामले की जांच को आगे बढ़ा रही है। गुरजोत, ठीक है, बहुत बहुत शुक्रिया जी, तमाम जानकारी के लिए धन्यवाद। और लगातार ये रिपोर्ट साढ़े तक पहुंचाई जा रही है कि आखिरकार किस तरह ਦੇ ਨਾਲ ਕੀ ਹਾਲਾਤ ਨੇ और ਅਸੀਂ ਦਰਸ਼ਕਾਂ ਤੱਕ ਤਸਵੀਰਾਂ ਦੇ ਨਾਲ ਤੱਥ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕਿ ਆਖਿਰਕਾਰ ਕਿਵੇਂ ਇਹ ਜਾਂਚ ਵਧਦੀ ਜਾ ਰਹੀ ਹੈ। ਸੋ ਦੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਪਹਿਲੀ ਤਸਵੀਰ ਤੁਸੀਂ ਵੇਖ ਸਕਦੇ ਹੋ 3 ਅਕਤੂਬਰ ਦੀ ਇਹ ਵੀਡੀਓ ਹੈਗੀ, ਜਿਸ ਦੇ ਵਿੱਚ ਜੋ ਸਾਹਮਣੇ ਆਇਆ ਸੀ ਕਿ 3 ਗੱਡੀਆਂ ਕਿਵੇਂ ਦਰੜਦੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ, ਔਰ ਇੱਕ ਤੋਂ ਬਾਅਦ ਇੱਕ ਗੱਡੀ ਆਉਂਦੀ ਹੈ ਪੂਰੀ ਰਫ਼ਤਾਰ ਦੇ ਨਾਲ ਤੇ ਕਿਸਾਨਾਂ ਨੂੰ ਦਰੜ ਕੇ ਚਲੀ ਜਾਂਦੀ ਹੈ। ਔਰ ਦੂਜੀ ਤਸਵੀਰ ਉਹੀਓ ਉਸ ਸਥਾਨ ਦੀ ਹੈ ਜਿੱਥੇ ਦੀ ਪਹਿਲੀ ਵੀਡੀਓ ਹੈਗੀ ਹੈ, ਉੱਥੇ ਹੀ ਅੱਜ ਇਹ ਦੂਜੀ ਵੀਡੀਓ ਉੱਥੋਂ ਦੀ ਸਾਹਮਣੇ ਆਈ ਹੈ, ਜਿੱਥੇ ਲੈ ਕੇ ਗਈ ਹੈ ਜਾਂਚ ਟੀਮ ਪੂਰੀ ਆਸ਼ੀਸ਼ ਮਿश्रा ਨੂੰ ਔਰ ਅੰਕਿਤ ਦਾਸ ਨੂੰ, ਔਰ ਮੌਕਾ ਦਿਖਾਇਆ ਗਿਆ ਤੇ ਨਾਲ ਹੀ ਪੂਰਾ ਰੀਕ੍ਰੀਏਸ਼ਨ ਉੱਥੇ ਕੀਤਾ ਗਿਆ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਉੱਥੇ ਹੋਇਆ ਸੀ। ਹਾਲਾਂਕਿ ਜੇਕਰ ਉੱਥੇ ਦੀ ਗੱਲ ਕੀਤੀ ਜਾਵੇ ਤਾਂ ਉਸੇ ਹੀ ਬਿਆਨ ਤੇ ਅਜੇ ਵੀ ਆਸ਼ੀਸ਼ ਮਿश्रा ਆਪਣੇ ਕਾਇਮ ਨੇ ਕਿ ਮੈਂ ਇੱਥੇ ਮੌਜੂਦ ਨਹੀਂ ਸੀ, ਪਰ ਗੋਲੀ ਜਿਹੜੀ ਹੈ ਜ਼ਰੂਰ ਚੱਲੀ ਹੈਗੀ ਹੈ ਔਰ ਡਰਾਈਵਰ ਵੀ ਜਿਹੜਾ ਹੈ ਉਸ ਦੇ ਵੱਲੋਂ ਉਹ ਗੱਡੀ ਡਰਾਈਵ ਕੀਤੀ ਜਾ ਰਹੀ ਸੀ ਤੇ ਉਸ ਗੱਡੀ ਨੂੰ ਜਿਹੜਾ ਹੈ ਉਹ ਚੜਾ ਦਿੱਤਾ ਗਿਆ ਸੀ। ਸੋ ਕੁੱਲ ਮਿਲਾ ਕੇ ਅਜੇ ਪੂਰਾ ਇੱਥੇ ਪੁਖਤਾ ਨਹੀਂ ਹੈ, ਪਰ 2 ਤਸਵੀਰਾਂ ਸਾਹਮਣੇ ਆਈਆਂ।